ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ, ਸੂਤਹੁ ਕੱਪੜ ਜਾਣੀਐ ਆਖਾਣ ਵਖਾਣਾ। ਚੌਸੀ ਤੈ ਚੌਤਾਰ ਹੋਏ ਗੰਗਾ ਜਲ ਜਾਣਾ, ਖਾਸਾ ਮਲਮਲ ਸ੍ਰੀ ਸਾਫ ਤਨ ਸੁਖ ਮਨ ਭਾਣਾ। ਪੱਗ ਦੁਪੱਟਾ ਚੋਲਣਾ ਪਟੁਕਾ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ 10ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਦੂਜੀ ਵਾਰ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਪਰਮਾਤਮਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ ਅਤੇ ਵਿਆਪਕ ਹੁੰਦਾ ਹੋਇਆ ਉਹ ਨਿਰਲੇਪ ਹੈ। ਇਹ ਸਿਧਾਂਤ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਇਸ 10ਵੀਂ ਪੌੜੀ ਦੇ ਅੰਦਰ ਸੂਤ ਅਤੇ ਕਪਾਹ ਦਾ ਦ੍ਰਿਸ਼ਟਾਂਤ ਦੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਪਰਮਾਤਮਾ ਸੂਤਰ ਦੀ ਨਿਆਈ ਹਰ ਤਰ੍ਹਾਂ ਦੇ ਬਣੇ ਕੱਪੜੇ ਦੇ ਵਿੱਚ ਵਿਆਪਕ ਹੈ, ਪਰ ਉਸ ਨੂੰ ਵਿਆਪਕ ਅਤੇ ਨਿਰਲੇਪ ਜਾਣ ਕੇ ਗੁਰਮੁਖ ਹੀ ਉਸ ਦੇ ਮਿਲਾਪ ਦਾ ਰਸ ਮਾਣਦੇ ਹੈ। ਕੱਪੜੇ ਦੇ ਨਾਮ ਵੱਖੋ ਵੱਖਰੇ ਹੁੰਦੇ ਹੈ, ਪਰ ਸੂਤਰ ਤਾਂ ਉਹਦੇ ਵਿੱਚ ਇੱਕ ਹੀ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਹੋਵੇ ਸੂਤ ਕਪਾਹ ਦਾ ਕਰ ਤਾਣਾ ਵਾਣਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਕਹਿੰਦੇ ਜਿਹੜੀ ਕਪਾਹ ਹੈ ਉਸ ਕਪਾਹ ਤੋਂ ਸੂਤਰ ਬਣਦਾ ਹੈ। ਹੋਵੇ, ਇੱਥੇ ਹੋਵੇ ਪਾਠ ਹੈ, ਹੋਵੇ ਸੂਤ ਕਪਾਹ ਦਾ। ਕਪਾਹ ਤੋਂ ਸੂਤਰ ਬਣਦਾ ਹੈ। ਕਰ ਤਾਣਾ ਵਾਣਾ, ਫਿਰ ਉਸ ਤੋਂ ਅੱਗੇ ਤੇ ਤਾਣਾ ਪੇਟਾ ਕਰੀਦਾ ਹੈ। ਸੂਤਰ ਬਣ ਗਿਆ, ਫਿਰ ਤਾਣਾ ਪੇਟਾ ਉਹ ਉਹਦੇ ਤੋਂ ਕੀਤਾ ਜਾਂਦਾ ਹੈ। ਸੂਤਹੁ ਕੱਪੜ ਜਾਣੀਐ ਆਖਾਣ ਵਖਾਣਾ। ਉਸ ਸੂਤਰ ਤੋਂ, ਉਸ ਸੂਤ ਤੋਂ ਫਿਰ ਕੱਪੜਾ ਬਣਦਾ ਹੈ। ਜਦੋਂ ਕੱਪੜਾ ਬਣ ਜਾਂਦਾ ਹੈ ਫਿਰ ਉਹਦੇ ਕਈ ਕਿਸਮ ਦੇ ਨਾਮ ਬਣਦੇ ਹੈ। ਸੂਤਰ ਤੋਂ ਕੱਪੜਾ ਬਣ ਗਿਆ, ਆਖਾਣ ਵਖਾਣਾ। ਆਖਾਣ ਕਹਿੰਦੇ ਨਾਮ ਨੂੰ। ਕੱਪੜਾ ਸੂਤਰ ਦਾ ਬਣਿਆ ਅਤੇ ਉਸ ਕੱਪੜੇ ਦੇ ਨਾਮ ਵੱਖੋ ਵੱਖਰੇ ਕਹੇ ਜਾਂਦੇ ਹੈ। ਚੌਸੀ ਤੈ ਚੌਤਾਰ ਹੋਏ ਗੰਗਾ ਜਲ ਜਾਣਾ।
ਚੌਸੀ ਤੈ ਚੌਤਾਰ ਹੋਏ। ਉਹ ਜਿਹੜਾ ਕੱਪੜਾ ਬਣਿਆ ਚੌਸੀ, ਇੱਕ ਪ੍ਰਕਾਰ ਦਾ ਦੇਸੀ ਵਸਤਰ ਹੁੰਦਾ ਸੀ, ਜਿਸ ਦਾ 400 ਤੰਦ ਤਾਣੀ ਦੇ ਵਿੱਚ ਹੁੰਦਾ ਸੀ, ਉਹਨੂੰ ਚੌਸੀ ਕਹਿੰਦੇ ਸੀ। ਚੌਤਾਰ, ਉਹ 400 ਤੰਦ ਜਿਹੜੇ ਉਹਦੇ ਤਾਣੀ ਦੇ ਵਿੱਚ ਹੁੰਦੇ ਸਨ, ਉਸ ਵਸਤਰ ਨੂੰ ਚੌਸੀ ਕਿਹਾ ਜਾਂਦਾ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਸੂਤਰ ਤੋਂ ਕੱਪੜਾ ਬਣਿਆ, ਉਹਦੇ ਨਾਮ ਅੱਗੇ ਕਈ ਬਣ ਗਏ। ਚੌਸੀ 4 ਤਾਰ ਵਾਲੇ ਕੱਪੜੇ ਨੂੰ ਚੌਤਾਰ ਕਹੀਦਾ ਹੈ। ਗੰਗਾ ਜਲ ਜਾਣਾ, ਤੇ ਇੱਕ ਵਸਤਰ ਉਹਦਾ ਨਾਮ ਗੰਗਾ ਜਲੀ ਹੈ। ਗੰਗਾ ਜਲ ਜਿਹੜਾ ਨਾ, ਇਹ ਨਾ ਸਮਝ ਲਿਓ ਵੀ ਗੰਗਾ ਇੱਕ ਨਦੀ ਹੈ, ਉਹਦਾ ਜਲ, ਉਹ ਕੱਪੜੇ ਦਾ ਨਾਂ ਹੈ। ਗੰਗਾ ਜਲ ਜਾਣਾ, ਲਹਿਰੀਏਦਾਰ ਬੁਣਤ ਦਾ ਇੱਕ ਵਸਤਰ ਹੁੰਦਾ ਸੀ, ਉਹਨੂੰ ਗੰਗਾ ਜਲੀ ਕਹਿੰਦੇ ਸਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚੌਸੀ ਬਣ ਗਈ, ਗੰਗਾ ਜਲੀ, ਉਹ ਕੱਪੜਾ ਉਹਦਾ ਨਾਂ ਜਾਣਿਆ ਜਾਂਦਾ ਹੈ। ਖਾਸਾ ਮਲਮਲ ਸਿਰੀ ਸਾਫ, ਤਨ ਸੁਖ ਮਨ ਭਾਣਾ। ਖਾਸਾ, ਪਤਲਾ ਵਸਤਰ, ਉਹਨੂੰ ਖਾਸਾ ਕਹਿੰਦੇ ਸਨ। ਮਲਮਲ, ਬਰੀਕ ਵਸਤਰ ਨੂੰ ਮਲਮਲ ਕਿਹਾ ਜਾਂਦਾ ਸੀ, ਬੜਾ ਨਰਮ ਹੋਣਾ। ਢਾਕੇ ਦੀ ਮਲਮਲ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਸੀ। ਸ੍ਰੀ ਸਾਫ, ਇਹ ਵੀ ਇੱਕ ਕੱਪੜੇ ਦੀ ਕਿਸਮ ਦਾ ਨਾਮ ਹੈ। ਜਿਸ ਕੱਪੜੇ ਦੀ ਪੱਗ ਬਣਦੀ ਹੈ, ਉਹਨੂੰ ਸ੍ਰੀ ਸਾਫ ਕਹਿੰਦੇ ਸਨ। ਭਾਈ ਗੁਰਦਾਸ ਜੀ ਕਹਿੰਦੇ ਸੂਤਰ ਤਾਂ ਇੱਕ ਹੀ ਹੈ, ਉਸੇ ਤੋਂ ਚੌਸੀ, ਗੰਗਾ ਜਲੀ, ਖਾਸਾ, ਮਲਮਲ, ਸ੍ਰੀ ਸਾਫ, ਇਹ ਕੱਪੜਿਆਂ ਦੇ ਨਾਮ ਵੱਖੋ ਵੱਖਰੇ ਪੈ ਗਏ। ਤਨ ਸੁਖ ਮਨ ਭਾਣਾ, ਇਹ ਇਤਿਆਦਿਕ ਜਿਹੜੇ ਕੱਪੜੇ ਨੇ ਸਰੀਰ ਨੂੰ ਸੁਖ ਦੇਣ ਵਾਲੇ ਤੇ ਮਨ ਭਾਉਂਦੇ ਬਣਦੇ ਐ ਸੂਤਰ ਤੋਂ। ਪੱਗ ਦੁਪੱਟਾ ਚੋਲਣਾ, ਪਟਕਾ ਪਰਵਾਣਾ। ਫਿਰ ਇੱਥੇ ਹੀ ਬਸ ਨਹੀਂ, ਹੋਰ ਕੱਪੜੇ ਬਣਦੇ, ਉਹਨਾਂ ਦੇ ਹੋਰ ਨਾਮ ਨੇ। ਪੱਗ, ਪੱਗਾਂ ਬਣਦੀਆਂ ਨੇ, ਦੁਪੱਟੇ ਬਣਦੇ ਐ, ਚੋਲਣਾ, ਚੋਲੇ ਬਣਦੇ ਐ, ਪਟੁਕਾ ਪਰਵਾਣਾ। ਪਟੁਕਾ ਕਹਿੰਦੇ ਨੇ ਕਮਰਬੰਦ ਨੂੰ, ਜਿਸ ਕੱਪੜੇ ਦੇ ਨਾਲ ਕਮਰ ਕੱਸਾ ਕੀਤਾ ਜਾਂਦਾ ਨਾ, ਲੱਕ ਦੇ ਦੁਆਲੇ ਬੰਨ੍ਹਿਆ ਜਾਂਦਾ ਹੈ, ਉਹਨੂੰ ਪਟਕਾ ਕਮਰਬੰਦ ਕਹਿੰਦੇ ਹੈ। ਸੋ ਕਮਰਬੰਦ, ਇਹ ਇਤਿਆਦਿਕ ਨਾਮ ਜਿਹੜੇ ਨੇ ਪ੍ਰਮਾਣ ਕੀਤੇ ਜਾਂਦੇ ਹੈ, ਨਾਂ ਰੱਖੇ ਜਾਂਦੇ ਹੈ ਕੱਪੜੇ ਦੇ। ਸੂਤਰ ਤਾਂ ਉਹ ਇੱਕੋ ਹੀ ਹੈ, ਪਰ ਉਹਦੇ ਤੋਂ ਅੱਗੇ ਜਿਹੜੇ ਕੱਪੜੇ ਬਣੇ, ਕੱਪੜਿਆਂ ਦੇ ਫਿਰ ਨਾਮ ਕਈ ਕਿਸਮ ਦੇ ਬਣ ਗਏ। ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਸਭ ਪਾਸੇ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਗੁਰਮੁਖ ਇਸ ਭੇਦ ਨੂੰ ਸਮਝ ਕੇ ਆਨੰਦ ਮਾਣਦੇ ਹੈ, ਉਹਦਾ ਨਾਮ ਜਪਦੇ ਹੋਏ ਰੰਗ ਮਾਣਦੇ ਹੈ, ਆਨੰਦ ਮਾਣਦੇ ਹੈ। ਸੂਤਰ, ਜਿਹੜਾ ਸੂਤਰ ਹੈ ਕਪਾਹ ਤੋਂ ਬਣਿਆ, ਤਾਣਾ ਪੇਟਾ ਬਣ ਗਿਆ। ਫਿਰ ਅੱਗੇ ਕੱਪੜੇ ਦੇ ਕਈ ਨਾਮ ਕਥਨ ਕੀਤੇ ਹੈ। ਇਸੇ ਤਰ੍ਹਾਂ ਸੂਤਰ ਤਾਂ ਉਹਦੇ ਵਿੱਚ ਇੱਕ ਹੀ ਹੈ, ਕੱਪੜੇ ਕਈ ਹਨ। ਸੰਸਾਰ ਦੇ ਵਿੱਚ ਬਾਹਰ ਦੀ ਬਨਾਵਟ ਕਈ ਤਰ੍ਹਾਂ ਦੀ ਹੈ, ਸੂਤਰ ਰੂਪ ਪਰਮਾਤਮਾ ਇੱਕ ਹੀ ਹੈ। ਜਿਵੇਂ ਮਾਲਾ ਦੇ ਮਣਕੇ ਕਈ ਹੁੰਦੇ ਆ ਨਾ, ਮਾਲਾ ਦੇ ਮਣਕੇ ਰੰਗ ਬਰੰਗੇ ਪਰੋ ਲਵੋ ਭਾਵੇਂ, ਪਰ ਸੂਤਰ ਵਿੱਚੋਂ ਇੱਕ ਹੀ ਹੁੰਦਾ, ਧਾਗਾ ਇੱਕ ਹੀ ਹੈ। ਫੁੱਲਾਂ ਦੀ ਮਾਲਾ ਹੈ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਪਰੋ ਲਵੋ, ਪਰ ਸੂਤਰ ਇੱਕੋ ਹੀ ਹੈ। ਇਸੇ ਤਰ੍ਹਾਂ ਜੋਤ ਰੂਪ ਪਰਮਾਤਮਾ ਸਾਰਿਆਂ ਦੇ ਵਿੱਚ ਉਹ ਇੱਕ ਹੀ ਵਿਆਪਕ ਹੋ ਰਿਹਾ ਹੈ। ਗੁਰਮੁਖ ਇਸ ਭੇਦ ਨੂੰ ਸਮਝ ਕੇ ਆਨੰਦ ਮਾਣਦੇ ਹੈ। ਹੁਣ ਅਗਲੀ 11ਵੀਂ ਪੌੜੀ ਦੇ ਵਿੱਚ ਸੋਨੇ ਦੇ ਗਹਿਣਿਆਂ ਦਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਦਿੰਦੇ ਹੈ। ਸੁਨਿਆਰਾ ਸੋਇਨਾ ਘੜੈ ਗਹਿਣੇ ਸਾਵਾਰੇ। ਜਿਹੜਾ ਸੁਨਿਆਰਾ ਹੈ, ਸੋਇਨਾ ਘੜੈ,
ਉਹ ਸੋਨੇ ਨੂੰ ਘੜ ਕੇ ਸਵਾਰ ਕੇ ਚੰਗੀ ਤਰ੍ਹਾਂ ਗਹਿਣੇ ਸਵਾਰਦਾ ਹੈ। ਸੁਨਿਆਰ ਸੋਨੇ ਦੇ ਗਹਿਣੇ ਘੜ ਕੇ ਬਣਾਉਂਦਾ ਹੈ। ਪਿੱਪਲ ਵੱਤਰੇ ਵਾਲੀਆਂ ਤਾ ਨੌੜੇ ਤਾਰੇ। ਉਸ ਸੋਨੇ ਦੇ ਕਈ ਤਰ੍ਹਾਂ ਦੇ ਗਹਿਣੇ ਸੁਨਿਆਰਾ ਬਣਾਉਂਦਾ ਹੈ। ਪਿੱਪਲ ਵੱਤਰੇ, ਪਿੱਪਲ ਵਾਲੀਆਂ ਵੀ ਕਹਿ ਦਿੰਦੇ ਐ। ਕੰਨਾਂ 'ਚ ਪਾਉਣ ਵਾਲਾ, ਬੀਬੀਆਂ ਦੇ ਕੰਨਾਂ 'ਚ ਪਾਉਣ ਵਾਲਾ ਗਹਿਣਾ ਹੁੰਦਾ ਸੀ। ਜਿਵੇਂ ਪਿੱਪਲ ਦਾ ਪੱਤਾ ਹੁੰਦਾ ਨਾ, ਉਹਦਾ ਆਕਾਰ ਇੱਦਾਂ ਦਾ ਹੁੰਦਾ ਸੀ, ਕੰਨਾਂ ਦੇ ਵਿੱਚ ਪਾਇਆ ਲਮਕਦਾ ਹੋਇਆ, ਉਹਨੂੰ ਪਿੱਪਲ ਪੱਤਰੇ ਕਹਿੰਦੇ ਸਨ। ਸੋ ਭਾਈ ਗੁਰਦਾਸ ਜੀ ਕਹਿੰਦੇ ਪਿੱਪਲ ਵੱਤਰੇ ਵਾਲੀਆਂ, ਕਹਿੰਦੇ ਵੇਖੋ ਸੁਨਿਆਰੇ ਨੇ ਪਿੱਪਲ ਪੱਤਰੇ ਬਣਾਏ, ਉਸੇ ਸੋਨੇ ਦੀਆਂ ਵਾਲੀਆਂ ਬਣਾਈਆਂ। ਤਾਂ ਨੌੜੇ ਤਾਰੇ, ਤੇ ਤਾਂ ਨੌੜੇ ਇਹ ਵੀ ਕੰਨਾਂ ਦੇ ਇੱਕ ਗਹਿਣੇ ਦਾ ਨਾਮ ਸੀ। ਤਾਂ ਨੌੜੇ ਕੰਨਾਂ ਵਿੱਚ ਪਾਇਆ ਜਾਣ ਵਾਲਾ ਸੋਨੇ ਤੋਂ ਬਣਦਾ, ਇਹਨੂੰ ਤਾਂ ਨੌੜੇ। ਉਹ ਸੁਨਿਆਰਾ ਸੋਨੇ ਦੇ ਤਾਂ ਨੌੜੇ ਬਣਾਉਂਦਾ ਹੈ ਅਤੇ ਤਾਰੇ ਸਿਤਾਰੇ ਬਣਾਉਂਦਾ ਹੈ, ਕੰਨਾਂ ਵਿੱਚ ਪਾਏ ਜਾਣ ਵਾਲੇ। ਵੇਸਰ ਨੱਥ ਵਖਾਣੀਐ ਕੰਠ ਮਾਲਾ ਧਾਰੇ। ਵੇਸਰ ਨੱਥ, ਨੱਥ ਜਿਹੜੀ ਨੱਕ 'ਚ ਪਾਈ ਜਾਂਦੀ ਹੈ। ਵੇਸਰ ਇਹ ਵੀ ਇਸਤਰੀਆਂ ਦੇ ਨੱਕ ਦਾ ਗਹਿਣਾ, ਬਲਾਕ ਕਹਿੰਦੇ ਐ ਇਹਨੂੰ। ਸੋਨਾ ਇੱਕ ਹੈ, ਅੱਗੇ ਗਹਿਣੇ ਕਈ ਬਣ ਗਏ ਅਤੇ ਕਈ ਉਹਦੇ ਨਾਮ ਹਨ। ਇਸੇ ਤਰ੍ਹਾਂ ਵੇਸਰ ਨੱਥ, ਬਲਾਕ, ਨੱਕ ਵਿੱਚ ਪਾਉਣ ਵਾਲੀ ਨੱਥ ਸੋਨੇ ਦੀ ਵਖਾਣੀਐ ਕਹੀ ਜਾਂਦੀ ਹੈ। ਕੰਠ ਮਾਲਾ ਧਾਰੇ, ਅਤੇ ਕੰਠ ਗਲ ਵਿੱਚ ਪਾਉਣ ਵਾਲਾ ਉਹ ਸੁਨਿਆਰਾ ਜਿਹੜਾ ਨਾ ਕੈਂਠਾ ਬਣਾਉਂਦਾ ਹੈ ਸੋਨੇ ਦਾ, ਇਸੇ ਤਰ੍ਹਾਂ ਮਾਲਾ ਬਣਾਉਂਦਾ ਹੈ। ਅਥਵਾ ਕੰਠ ਮਾਲਾ, ਗਲੇ ਵਿੱਚ ਪਾਉਣ ਵਾਲੀ ਜਿਹੜੀ ਮਾਲਾ ਹੈ ਉਹ ਸੋਨੇ ਦੀ ਘੜਦਾ ਹੈ, ਸੁਨਿਆਰਾ ਬਣਾਉਂਦਾ ਹੈ। ਟੀਕਤ ਮਣੀਆਂ ਮੋਤ ਸਰ ਗਜਰੇ ਪਾਸਾਰੇ। ਟੀਕਤ ਮਣੀਆਂ, ਟਿੱਕਾ ਮਣੀਆਂ ਵਾਲਾ ਬਣਾਉਂਦਾ ਹੈ। ਟਿੱਕਾ ਜਿਹੜਾ ਮੱਥੇ 'ਤੇ ਬੀਬੀਆਂ ਨਾ ਵਾਲਾਂ ਦੇ ਵਿੱਚ ਲਾ ਕੇ ਅਤੇ ਮੱਥੇ 'ਤੇ ਲਮਕਾਉਂਦੀਆਂ, ਉਹ ਗਹਿਣਾ ਟੀਕਤ ਮਣੀਆਂ। ਉਸੇ ਸੋਨੇ ਦਾ ਉਹ ਟਿੱਕਾ ਮਣੀਆਂ ਵਾਲਾ ਬਣਾਉਂਦਾ ਹੈ। ਮੋਤ ਸਰ, ਮੋਤੀਆਂ ਦੀ ਮਾਲਾ ਬਣਾਉਂਦਾ ਹੈ। ਗਜਰੇ ਪਾਸਾਰੇ, ਅਤੇ ਗਜਰੇ ਬਣਾਉਂਦਾ ਹੈ ਗੋਖੜੂ, ਇਹ ਇਤਿਆਦਿਕ ਦਾ ਪਸਾਰਾ ਕਰਦਾ। ਗੋਖੜੂ ਚੌੜੀਆਂ ਵੱਡੀਆਂ ਚੂੜੀਆਂ ਹੁੰਦੀਆਂ ਸੋਨੇ ਦੀਆਂ, ਹੱਥਾਂ ਵਿੱਚ ਪਾਉਣ ਵਾਲੀਆਂ, ਉਹਨੂੰ ਗੋਖੜੂ ਵੀ ਕਹਿੰਦੇ ਆ, ਗਜਰੇ ਵੀ ਕਹਿ ਦਿੰਦੇ ਆ। ਭਾਈ ਸਾਹਿਬ ਜੀ ਕਹਿੰਦੇ ਗਜਰੇ ਪਾਸਾਰੇ, ਮਣੀਆਂ ਵਾਲਾ ਟਿੱਕਾ, ਮੋਤੀਆਂ ਦੀ ਮਾਲਾ, ਗੋਖੜੂ, ਇਹ ਸਾਰਾ ਪਸਾਰਾ ਕਰਦਾ ਸੋਨੇ ਤੋਂ, ਗਹਿਣੇ ਬਣਾਉਂਦਾ ਸੁਨਿਆਰਾ। ਦੁਰ ਬਹੁਟਾ ਗੋਲ ਛਾਪ ਕਰ ਬਹੁ ਪ੍ਰਕਾਰੇ। ਇਸੇ ਤਰ੍ਹਾਂ ਦੁਰ ਬਹੁਟਾ, ਦੁਰ ਜਿਹੜਾ ਨਾ ਇਹ ਵੀ ਇੱਕ ਗਹਿਣਾ ਹੈ ਬੀਬੀਆਂ ਦੇ ਕੰਨਾਂ ਵਿੱਚ ਪਾਉਣ ਵਾਲਾ, ਇਹਨੂੰ ਕਈ ਬੀਰ ਬੱਲੀਆਂ ਵੀ ਕਹਿ ਦਿੰਦੇ ਸਨ। ਦੁਰ ਬਹੁਟਾ, ਬਹੁਟਾ ਕਹਿੰਦੇ ਨੇ ਭੁਜਬੰਦ, ਬਾਹਾਂ ਵਾਲੇ ਬਹੁਟੇ, ਬਾਹਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ, ਭੁਜਬੰਦ ਬਣਾਉਂਦਾ ਹੈ। ਗੋਲ ਛਾਪ, ਇਸੇ ਤਰ੍ਹਾਂ ਗੋਲ ਛਾਪ ਜਿਹੜੀਆਂ ਮੁੰਦਰੀਆਂ ਨੇ, ਛੱਲੇ ਨੇ, ਕਈ ਤਰ੍ਹਾਂ ਦੀਆਂ ਜਿਹੜਾ ਸੁਨਿਆਰਾ ਹੈ ਉਹ ਬਣਾਉਂਦਾ ਹੈ। ਆਪੇ ਆਪ ਵਰਤਦਾ ਗੁਰਮੁਖ ਵਿਚਾਰੇ। ਤਿਵੇਂ ਹੀ ਪਰਮਾਤਮਾ ਆਪੇ ਆਪ ਸਾਰੀਆਂ ਥਾਵਾਂ 'ਤੇ ਉਹ ਵਰਤ ਰਿਹਾ ਹੈ, ਪਰ ਇਹ ਜਿਹੜੀ ਵਿਚਾਰ ਹੈ ਇਹ ਵਿਚਾਰ ਗੁਰਮੁਖ ਹੀ ਕਰਦੇ ਨੇ। ਗੁਰਮੁਖ ਇਸ ਗੱਲ ਦੀ ਵਿਚਾਰ ਕਰਦੇ ਨੇ, ਪਰਮਾਤਮਾ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ। ਦੇਖੋ ਸੋਨਾ ਤਾਂ ਇੱਕ ਹੀ ਹੈ ਨਾ, ਉਸ ਸੋਨੇ ਦੇ ਪਿੱਪਲ ਪੱਤਰੇ ਬਣ ਗਏ, ਵਾਲੀਆਂ ਬਣ ਗਈਆਂ, ਤਨੌੜੇ, ਸਿਤਾਰੇ, ਇਸੇ ਤਰ੍ਹਾਂ ਬਲਾਕ, ਨੱਥ, ਕੈਂਠਾ, ਟਿੱਕਾ, ਮੋਤੀਆਂ ਦੀ ਮਾਲਾ, ਗੋਖੜੂ, ਦੁਰ ਬਹੁਟੇ, ਬੀਰ ਬੱਲੀਆਂ, ਭੁਜਬੰਦ। ਸੋਨਾ ਤਾਂ ਇੱਕ ਹੀ ਹੈ, ਸੋਨਾ ਤਾਂ ਸੋਨਾ ਹੈ। ਅਤੇ ਜਿਵੇਂ ਜਿਵੇਂ ਦੀਆਂ ਸ਼ਕਲਾਂ
ਜਿਵੇਂ ਜਿਵੇਂ ਦੇ ਆਕਾਰ ਦੇ ਦਿੱਤੇ ਉਸ ਸੋਨੇ ਨੂੰ, ਉਹ ਨਾਮ ਬਣ ਗਏ ਗਹਿਣਿਆਂ ਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਸੋਨਾ ਇੱਕ ਹੈ, ਗਹਿਣੇ ਕਈ ਹਨ, ਇਸੇ ਤਰ੍ਹਾਂ ਰਚਨਾ ਕਈ ਪ੍ਰਕਾਰ ਦੀ ਹੈ ਪਰਮੇਸ਼ਰ ਦੀ, ਪਰ ਉਹ ਸੋਨੇ ਦੀ ਨਿਆਈ ਉਹ ਆਪ ਇੱਕੋ ਹੀ ਹੈ। ਸੋਨਾ ਸੋਨਾ ਹੀ ਹੈ, ਪਰਮਾਤਮਾ ਆਪ ਇੱਕ ਹੈ। ਅੱਗੇ ਇਹ ਰਚਨਾ ਜਿਹੜੀ ਹੈ ਨਾ ਕਈ ਤਰ੍ਹਾਂ ਦੀ ਹੈ, ਪਰਮੇਸ਼ਰ ਵਾਹਿਗੁਰੂ ਨੇ ਬਣਾਈ ਹੋਈ। ਗੁਰਮੁਖ ਇਸ ਵਿਚਾਰ ਨੂੰ ਸਮਝ ਕੇ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਦੇ ਹਨ। ਹੁਣ ਅਗਲੀ 12ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਗੰਨਾ ਕੋਲੂ ਪੀੜੀਐ ਰਸ ਦੇ ਦਰਹਾਲਾ। ਗੰਨੇ ਦੇ ਰਸ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ, ਗੰਨੇ ਦੇ ਰਸ ਤੋਂ ਕਈ ਤਰ੍ਹਾਂ ਦਾ ਮਿੱਠਾ ਮਠਿਆਈਆਂ ਬਣਦੀਆਂ ਨੇ, ਕਈ ਕੁਝ ਬਣਦਾ ਹੈ। ਲੋਕ ਮੁੱਖ ਵਿੱਚ ਪਾ ਕੇ ਖਾਂਦੇ ਹੈ, ਰਸ ਮਾਣਦੇ ਹੈ, ਪਰ ਮੂਲ ਮੁੱਢ ਕੀ ਹੈ? ਇੱਕੋ ਹੀ ਹੈ, ਗੰਨੇ ਦਾ ਰਸ। ਗੰਨਾ ਕੋਹਲੂ ਪੀੜੀਐ ਰਸ ਦੇ ਦਰਹਾਲਾ। ਜਦ ਗੰਨੇ ਨੂੰ ਕੋਹਲੂ ਵਿੱਚ ਵੇਲਣੇ ਵਿੱਚ ਪੀੜਿਆ ਜਾਂਦਾ ਹੈ, ਦਰਹਾਲਾ ਬੜੀ ਛੇਤੀ ਉਹ ਰਸ ਦਿੰਦਾ ਹੈ। ਆਪਾਂ ਉਹਨੂੰ ਰੋਹ ਕਹਿੰਦੇ ਹਾਂ, ਪੀ ਵੀ ਲਈਦੀ ਹੈ। ਰੋਹ ਤੋਂ ਅੱਗੇ ਫਿਰ ਕਈ ਕੁਝ ਬਣਦਾ, ਉਹਦਾ ਜ਼ਿਕਰ ਕਰਦੇ ਭਾਈ ਗੁਰਦਾਸ ਜੀ। ਕੋਈ ਕਰੇ ਗੁੜ ਭੇਲੀਆਂ ਕੋ ਸ਼ੱਕਰ ਵਾਲਾ। ਜੋ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਵਰਤਦਾ ਹੈ ਹੁੰਦਾ ਹੈ, ਭਾਈ ਗੁਰਦਾਸ ਨੇ ਉਹ ਦ੍ਰਿਸ਼ਟਾਂਤ ਲੈ ਲੈ ਕੇ ਸਮਝਾਇਆ। ਇੱਕ ਇੱਕ ਗੱਲ ਨੂੰ ਸਮਝਾਉਣ ਵਾਸਤੇ ਸੈਂਕੜੇ ਦ੍ਰਿਸ਼ਟਾਂਤ ਦਿੱਤੇ ਹੈ। ਆਪੇ ਆਪ ਵਰਤਦਾ, ਉਹ ਵਿਆਪਕ ਹੈ। ਇਸ ਗੱਲ ਨੂੰ ਹੀ ਇਹ ਸਾਰੀ ਦੂਜੀ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਸਮਝਾ ਰਹੇ ਹੈ। ਕਹਿੰਦੇ ਫਿਰ ਕੋਈ ਕਰੇ ਗੁੜ ਭੇਲੀਆਂ, ਕੋਈ ਉਸ ਰੋਹ ਤੋਂ ਗੰਨੇ ਦੇ ਰਸ ਤੋਂ ਗੁੜ ਦੀਆਂ ਭੇਲੀਆਂ ਬਣਾ ਲੈਂਦਾ ਹੈ। ਭੇਲੀਆਂ ਮਤਲਬ ਗੁੜ ਦੇ ਢੇਲੇ ਬਣਾ ਲੈਂਦਾ ਹੈ। ਕੋ ਸ਼ੱਕਰ ਵਾਲਾ, ਕੋਈ ਇਸੇ ਤਰ੍ਹਾਂ ਸ਼ੱਕਰ ਬਣਾ ਲੈਂਦਾ ਹੈ, ਰੋਹ ਦੀ ਹੀ ਅੱਗੇ ਸ਼ੱਕਰ ਬਣਦੀ ਹੈ। ਕੋਈ ਖੰਡ ਸਵਾਰਦਾ ਮੱਖਣ ਮਸਾਲਾ, ਕੋਈ ਫਿਰ ਉਸੇ ਹੀ ਗੰਨੇ ਦੇ ਰਸ ਤੋਂ ਖੰਡ ਸਵਾਰਦਾ, ਖੰਡ ਬਣਾ ਲੈਂਦਾ ਹੈ। ਖੰਡ ਵੀ ਤਾਂ ਉਸੇ ਤੋਂ ਬਣਦੀ ਹੈ। ਮੱਖਣ ਮਸਾਲਾ, ਅਤੇ ਕਈ ਫਿਰ ਮਖਾਣੇ ਬਣਾ ਲੈਂਦੇ ਹੈ ਮਸਾਲੇ ਵਾਲੇ, ਵਿੱਚ ਉਹ ਨਾ ਹੋਰ ਮਸਾਲੇ ਪਾ ਕੇ ਨਾ ਚੰਗੇ ਸਵਾਦ ਲੱਗਣ, ਅਤੇ ਇਸ ਤਰ੍ਹਾਂ ਮਖਾਣੇ ਬਣਾ ਲੈਂਦੇ ਹੈ। ਪਰ ਬਣਦੇ ਕਿਹਦੇ ਤੋਂ ਹੈ? ਉਸ ਮਿੱਠੇ ਤੋਂ ਹੀ, ਗੰਨੇ ਦੇ ਰਸ ਤੋਂ। ਹੋਵੇ ਮਿਸਰੀ ਕਲੀ ਕੰਦ ਮਠਿਆਈ ਢਾਲਾ। ਉਸ ਰੋਹ ਤੋਂ ਗੰਨੇ ਦੇ ਰਸ ਤੋਂ ਮਿਸ਼ਰੀ ਬਣਦੀ ਹੈ, ਕਲੀ ਕੰਦ ਬਣਦੀ ਹੈ। ਕਲੀ ਕੰਦ ਬਰਫੀ ਨੂੰ ਕਹਿੰਦੇ ਹੈ, ਉਹਦੇ ਵਿੱਚ ਵੀ ਮਿੱਠਾ ਪੈਂਦਾ ਹੈ। ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਸੈਂਕੜੇ ਕਿਸਮਾਂ ਦੀਆਂ ਮਠਿਆਈਆਂ ਬਣਾਓ, ਖੰਡ ਤਾਂ ਪਾਉਣੀ ਪਾਉਣੀ ਉਹਨਾਂ ਨੇ। ਉਹ ਮਠਿਆਈ ਕਾਹਦੀ ਜਿਹਦੇ ਵਿੱਚ ਮਿੱਠਾ ਹੀ ਨਾ ਹੋਵੇ? ਪਰ ਇਹਦਾ ਮੂਲ ਮੁੱਢ ਤਾਂ ਗੰਨੇ ਦਾ ਰਸ ਹੀ ਹੈ ਨਾ, ਉੱਥੋਂ ਹੀ ਬਣਨਾ ਸਾਰਾ ਕੁਝ। ਸੋ ਕੋਈ ਮਿਸ਼ਰੀ, ਕੋਈ ਕਲੀ ਕੰਦ ਬਰਫੀ ਬਣਾਉਂਦਾ ਹੈ। ਮਠਿਆਈ ਢਾਲਾ, ਕੋਈ ਢਲਕਵੀਂ ਮਠਿਆਈ ਬਣਾ ਲੈਂਦਾ, ਪੇਠਾ ਇਤਿਆਦਿਕ, ਅਥਵਾ ਕਈ ਤਰ੍ਹਾਂ ਦੀਆਂ ਮਠਿਆਈਆਂ ਢਾਲ ਲੈਂਦਾ, ਬਣਾ ਲੈਂਦਾ ਹੈ ਉਸ ਰਸ ਤੋਂ। ਖਾਵੈ ਰਾਜਾ ਰੰਕ ਕਰ ਰਸ ਭੋਗ ਸੁਖਾਲਾ। ਰਾਜਾ ਵੀ ਖਾਂਦਾ ਹੈ, ਗਰੀਬ ਵੀ ਖਾਂਦਾ ਹੈ, ਕੰਗਾਲ ਵੀ ਅਤੇ ਅਮੀਰ ਵੀ। ਗੰਨੇ ਦੇ ਰਸ ਤੋਂ ਬਣੀਆਂ ਇਹ ਚੀਜ਼ਾਂ ਜਿਹੜੀਆਂ ਭਾਈ ਸਾਹਿਬ ਨੇ ਗਣੀਆਂ, ਕਹਿੰਦੇ ਸਾਰੇ ਖਾਂਦੇ ਨੇ, ਇਹਦਾ ਰਸ ਭੋਗਦੇ ਨੇ, ਸੁੱਖ ਲੈਂਦੇ ਹੈ। ਸਾਰੇ ਮਠਿਆਈਆਂ ਦਾ ਸੁੱਖ ਲੈਂਦੇ ਹੈ, ਮਿੱਠਾ ਖਾਂਦੇ ਹੈ। ਰਾਜਾ ਵੀ, ਰੰਕ ਵੀ, ਸਾਰੇ ਖਾ ਕੇ ਇਸ ਰਸ ਨੂੰ ਭੋਗ ਕੇ ਸੁੱਖ ਪ੍ਰਾਪਤ ਕਰਦੇ ਹੈ। ਆਪੇ ਆਪ ਵਰਤਦਾ ਗੁਰਮੁਖ ਸੁਖਾਲਾ। ਇਸੇ ਤਰ੍ਹਾਂ ਗੰਨੇ ਵਾਂਗ ਵਾਹਿਗੁਰੂ ਪਰਮਾਤਮਾ ਆਪ ਹੀ ਸਾਰੀਆਂ ਥਾਵਾਂ 'ਤੇ ਵਰਤਦਾ, ਉਹਦੇ ਰਸ ਵਾਂਗ। ਅਤੇ ਗੁਰਮੁਖ ਜਨ ਇਸ ਭੇਦ ਨੂੰ ਸਮਝ ਕੇ ਸੁਖ ਮਾਣਦੇ ਹੈ। ਸੁਖਾਲਾ, ਸੁੱਖ ਦੇ ਘਰ ਦੇ ਵਿੱਚ ਸਥਿਤ ਹੋ ਜਾਂਦੇ ਹੈ, ਟਿਕ ਜਾਂਦੇ ਹੈ। ਗੰਨੇ ਦਾ ਰਸ ਤਾਂ ਇੱਕ ਹੀ ਹੈ, ਉਸ ਗੰਨੇ ਦੇ ਰਸ ਤੋਂ ਕਈ ਕੁਝ ਬਣ ਗਿਆ। ਗੁੜ ਦੀਆਂ ਭੇਲੀਆਂ, ਸ਼ੱਕਰ, ਖੰਡ,
ਮਖਾਣੇ, ਮਿਸਰੀ, ਕਲੀ ਕੰਦ, ਹੋਰ ਮਠਿਆਈਆਂ, ਪਰ ਗੰਨੇ ਦਾ ਰਸ ਇੱਕ ਹੀ ਹੈ। ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਇੱਕ ਹੈ। ਇਹ ਸਾਰੀ ਰਚਨਾ ਵਿੱਚ ਉਹ ਮਿੱਠੇ ਦੀ ਨਿਆਈ, ਮਿੱਠੇ ਸੁਭਾਅ ਵਾਲਾ ਵਾਹਿਗੁਰੂ ਪਰਮੇਸ਼ਰ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ। ਇਸ ਅਨੇਕਤਾ ਦੇ ਵਿੱਚ ਉਹ ਇੱਕ ਹੈ ਪਰਮਾਤਮਾ। ਹੁਣ ਅਗਲੀ ਪੌੜੀ ਵਿੱਚ ਭਾਈ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ 13ਵੀਂ ਪੌੜੀ ਵਿੱਚ, ਗਾਈ ਰੰਗ ਬਿਰੰਗ ਬਹੁ ਦੁੱਧ ਉਜਲ ਵਰਣਾ। ਗਾਂ ਤੇ ਉਹਦਾ ਦੁੱਧ, ਉਹਦਾ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਹੈ। ਗਾਈ ਰੰਗ ਬਿਰੰਗ ਬਹੁ, ਕਹਿੰਦੇ ਜਿਹੜੀਆਂ ਗਾਵਾਂ ਨੇ ਉਹ ਇੱਕ ਰੰਗ ਦੀਆਂ ਨਹੀਂ ਹੁੰਦੀਆਂ, ਰੰਗਾਂ ਬਿਰੰਗਾਂ ਦੀਆਂ, ਕਈ ਰੰਗਾਂ ਦੀਆਂ ਗਾਵਾਂ ਹੁੰਦੀਆਂ ਨੇ। ਕਈ ਕਿਸਮਾਂ ਦੀਆਂ ਵੀ ਹੁੰਦੀਆਂ ਨੇ ਅਤੇ ਕਈ ਰੰਗਾਂ ਦੀਆਂ ਵੀ, ਕਾਲੀਆਂ ਵੀ, ਚਿੱਟੀਆਂ ਵੀ, ਇਸੇ ਤਰ੍ਹਾਂ ਕੁਮੈਤ ਰੰਗ ਦੀਆਂ ਵੀ, ਹੋਰ ਕਈ ਰੰਗ ਨੇ। ਗਾਵਾਂ ਕਈ ਰੰਗ ਦੀਆਂ ਹੁੰਦੀਆਂ ਨੇ। ਦੁੱਧ ਉਜਲ ਵਰਣਾ, ਪਰ ਸਾਰੀਆਂ ਗਾਵਾਂ ਦਾ ਦੁੱਧ ਚਿੱਟੇ ਰੰਗ ਦਾ ਹੀ ਹੁੰਦਾ ਹੈ। ਵਰਣ ਮੈਨੇ ਰੰਗ, ਇਹ ਨਹੀਂ ਹੈ ਵੀ ਜਿਹੜੀ ਕਾਲੀ ਗਾਂ ਤਾਂ ਦੁੱਧ ਵੀ ਕਾਲੇ ਰੰਗ ਦਾ ਦਿੰਦੀ ਹੈ, ਚਿੱਟੀ ਹੈ ਉਹਦਾ ਹੀ ਦੁੱਧ ਚਿੱਟਾ ਹੈ, ਕੁਮੈਤ ਵਾਲੀ ਦਾ ਲਾਲ, ਇਸ ਤਰ੍ਹਾਂ ਨਹੀਂ। ਗਾਵਾਂ ਦੇ ਰੰਗ ਭਾਵੇਂ ਬਹੁਤ ਨੇ ਪਰ ਦੁੱਧ ਸਾਰੀਆਂ ਦਾ ਚਿੱਟਾ ਹੀ ਹੁੰਦਾ ਹੈ। ਦੁੱਧੋਂ ਦਹੀਂ ਜਮਾਈਐ ਕਰ ਨਿਹਚਲ ਧਰਣਾ। ਫਿਰ ਉਸ ਦੁੱਧ ਤੋਂ ਦਹੀਂ ਜਮਾਇਆ ਜਾਂਦਾ ਹੈ। ਦੁੱਧ ਨੂੰ ਗਰਮ ਕਰਕੇ ਫਿਰ ਜਦੋਂ ਕੋਸਾ ਜਿਹਾ ਹੁੰਦਾ ਹੈ ਉਹਨੂੰ ਜਾਗ ਲਾ ਦਿੱਤੀ ਜਾਂਦੀ ਹੈ। ਕਰ ਨਿਹਚਲ ਧਰਣਾ, ਨਿਸ਼ਚਲ ਦਾ ਅਰਥ ਉਹਨੂੰ ਟਿਕਾ ਕੇ ਰੱਖਿਆ ਜਾਂਦਾ, ਇੱਕ ਥਾਂ 'ਤੇ ਟਿਕਿਆ ਰਵੇ। ਅਤੇ ਜੇ ਉਹ ਟਿਕਿਆ ਨਾ ਰਵੇ ਫਿਰ ਦਹੀਂ ਨਹੀਂ ਬਣਨਾ। ਜਦੋਂ ਉਹ 5, 7, 8 ਘੰਟੇ ਟਿਕਾਓ ਦੇ ਵਿੱਚ ਰਹਿੰਦਾ ਫਿਰ ਦਹੀਂ ਬਣਦਾ ਹੈ। ਕਰ ਨਿਹਚਲ ਧਰਣਾ, ਸੋ ਉਸ ਦੁੱਧ ਦਾ ਦਹੀਂ ਜਮਾਇਆ ਜਾਂਦਾ ਅਤੇ ਉਹਨੂੰ ਅਡੋਲ ਟਿਕਾ ਕੇ ਰੱਖਿਆ ਜਾਂਦਾ ਹੈ। ਦਹੀਂ ਵਿਲੋਏ ਅਲੋਈਐ ਛਾਹੇ ਮੱਖਣ ਤਰਣਾ। ਦਹੀਂ ਵਿਲੋਏ, ਫਿਰ ਉਸ ਬਣੇ ਹੋਏ ਦਹੀਂ ਨੂੰ ਜਦੋਂ ਵਿਲੋਏ ਰਿੜਕਿਆ ਜਾਂਦਾ ਹੈ, ਉਸ ਦਹੀਂ ਨੂੰ ਰਿੜਕ ਕੇ ਅਲੋਈਐ ਵੇਖੀਏ, ਸ਼ਾਹੇ ਮੱਖਣ ਤਰਨਾ, ਫਿਰ ਲੱਸੀ ਦੇ ਉੱਤੇ ਮੱਖਣ ਤਰਦਾ ਹੈ। ਜਦੋਂ ਉਹ ਦਹੀਂ, ਉਹ ਮਲਾਈ ਸਾਰੀ ਜਦੋਂ ਰਿੜਕੀ ਜਾਂਦੀ ਹੈ ਨਾ, ਦਹੀਂ ਆਪਾਂ ਖਾ ਵੀ ਲੈਂਦੇ, ਉੱਤੋਂ ਮਲਾਈ ਲਾਹ ਕੇ ਪਾਸੇ ਕਰ ਲਈਦੀ ਹੈ, ਦਹੀਂ ਖਾ ਲਈਦਾ ਹੈ। ਅਤੇ ਫਿਰ ਜਦੋਂ ਰਿੜਕਿਆ ਜਾਂਦਾ ਹੈ, ਲੱਸੀ ਦੇ ਉੱਤੇ ਮੱਖਣ ਤਰਨਾ, ਜਿਹੜਾ ਮੱਖਣ ਹੈ ਉਹ ਉੱਤੇ ਤਰਦਾ ਹੈ ਅਤੇ ਉਹਨੂੰ ਕੱਢ ਕੇ ਪਾਸੇ ਕਰ ਲਈਦਾ ਹੈ, ਲੱਸੀ ਵੀ ਪੀ ਲਈਦੀ ਹੈ, ਕੰਮ ਆ ਜਾਂਦਾ ਸਾਰਾ। ਮੱਖਣ ਤਾਏ ਔਟਾਏ ਕੈ ਘਿਓ ਨਿਰਮਲ ਕਰਣਾ। ਫਿਰ ਉਹ ਜਿਹੜਾ ਬਣਿਆ ਹੋਇਆ ਮੱਖਣ ਹੈ, ਕਈ ਤਾਂ ਇੱਦਾਂ ਹੀ ਮੱਖਣੀ ਵੀ ਚਲੋ ਸਬਜ਼ੀ 'ਚ ਪਾ ਲਈ, ਰੋਟੀਆਂ ਚੋਪੜ ਲਈਆਂ, ਪਰ ਉਹਦੇ ਤੋਂ ਅੱਗੇ ਫਿਰ ਘਿਓ ਬਣਦਾ ਹੈ। ਮੱਖਣ ਤਾਏ, ਉਸ ਮੱਖਣ ਨੂੰ ਤਾ ਕੇ, ਗਰਮ ਕਰਕੇ, ਔਟਾਏ ਕੈ, ਚੰਗੀ ਤਰ੍ਹਾਂ ਕਾੜ ਕੇ, ਘਿਓ ਨਿਰਮਲ ਕਰਨਾ, ਫਿਰ ਉਹਦੇ ਤੋਂ ਪਵਿੱਤਰ ਨਿਰਮਲ ਘਿਓ ਬਣਾਇਆ ਜਾਂਦਾ ਹੈ। ਮੱਖਣ ਤੋਂ ਘਿਓ ਬਣ ਗਿਆ। ਹੋਮ ਜਗ ਨਈ ਵੇਦ ਕਰ ਸਭ ਕਾਰਜ ਸਰਣਾ। ਫਿਰ ਉਹ ਜਿਹੜਾ ਘਿਓ ਹੈ ਨਾ, ਉਹ ਵੱਖ-ਵੱਖ ਥਾਵਾਂ 'ਤੇ ਵਰਤਿਆ ਜਾਂਦਾ। ਕੋਈ ਹਵਨ ਕਰਨ ਵਿੱਚ ਵਰਤ ਲੈਂਦਾ ਹੈ, ਕੋਈ ਯੱਗ ਕਰਦਾ ਹੈ, ਕੋਈ ਪੂਜਾ ਦੇ ਵਿੱਚ ਵਰਤਦਾ ਹੈ ਜਾਂ ਪਦਾਰਥਾਂ ਵਿੱਚ ਵਰਤ ਲੈਂਦਾ ਹੈ। ਸਭ ਕਾਰਜ ਸਰਣਾ, ਸਾਰੇ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਸ ਘਿਓ ਤੋਂ ਸਵਾਰੇ ਜਾਂਦੇ ਹੈ, ਸਾਰੇ ਕਾਰਜ ਸਰਦੇ ਹੈ। ਆਪੇ ਆਪ ਵਰਤਦਾ ਗੁਰਮੁਖ ਹੋਏ ਜਰਣਾ। ਇਸੇ ਤਰ੍ਹਾਂ ਹੀ ਪਰਮੇਸ਼ਰ ਆਪ ਹੀ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ, ਪਰ ਗੁਰਮੁਖ ਇਸ ਭੇਦ ਨੂੰ ਜਰਦੇ ਹੈ, ਉਸ ਭੇਦ ਨੂੰ ਜਾਣ ਲੈਂਦੇ ਹੈ ਅਤੇ ਸਹਾਰਦੇ ਹੈ, ਰੌਲਾ ਨਹੀਂ ਪਾਉਂਦੇ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਕਹਿੰਦੇ ਆ ਸਾਰੀਆਂ ਥਾਵਾਂ 'ਤੇ ਪਰਮੇਸ਼ਰ ਹੈ, ਇਸ ਭੇਦ ਨੂੰ ਸਮਝ ਕੇ ਉਹ ਆਪਣੇ ਅੰਦਰ ਜਰ ਲੈਂਦੇ ਹੈ। ਹੁਣ ਦੁੱਧ ਜਿਹੜਾ ਹੈ ਨਾ, ਇੱਕ ਦੁੱਧ ਤੋਂ ਅੱਗੇ ਕਿੰਨਾ ਕੁਝ ਬਣ ਗਿਆ। ਸਾਰਿਆਂ ਦੇ ਵਿੱਚ ਘਿਓ ਹੈ, ਦੁੱਧ ਵਿੱਚ ਵੀ ਘਿਓ, ਦਹੀਂ ਵਿੱਚ ਵੀ ਘਿਓ, ਪਰ ਦਿਸਦਾ ਨਹੀਂ ਸਾਹਮਣੇ।
ਦੁੱਧ ਵਿੱਚ ਵੀ ਘਿਓ, ਦਹੀਂ ਵਿੱਚ ਵੀ ਹੈ, ਇਸੇ ਤਰ੍ਹਾਂ ਮੱਖਣ ਦੇ ਵਿੱਚ ਵੀ ਹੈ। ਉਹਨੂੰ ਮੱਖਣ ਨੂੰ ਚੰਗੀ ਤਰ੍ਹਾਂ ਗਰਮ ਕੀਤਾ ਗਿਆ, ਫਿਰ ਘਿਓ ਬਣ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਘਿਓ ਦੀ ਨਿਆਈ ਵਾਹਿਗੁਰੂ ਪ੍ਰਮਾਤਮਾ ਸਾਰੀਆਂ ਥਾਵਾਂ 'ਤੇ ਆਪ ਵਿਆਪਕ ਹੋ ਰਿਹਾ ਹੈ, ਹਰ ਥਾਂ 'ਤੇ ਵਸਦਾ ਹੈ। ਗੁਰਮੁਖ ਇਸ ਭੇਦ ਨੂੰ ਸਮਝ ਲੈਂਦੇ ਹੈ। ਹੁਣ ਅਗਲੀ ਪੌੜੀ 14ਵੀਂ ਪੌੜੀ ਵਿੱਚ ਭਾਈ ਸਾਹਿਬ ਕਿਰਪਾ ਕਰਦੇ ਹੈ। ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਏ। ਜੋਤ ਰੂਪ ਪਰਮਾਤਮਾ ਇੱਕ ਹੈ, ਸਾਰੀਆਂ ਥਾਵਾਂ 'ਤੇ ਵਸਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਵਿਸਵੇ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਪਾਤਸ਼ਾਹ ਜੀ ਕਹਿੰਦੇ ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਨੇ। ਕਰਤੇ ਪੁਰਖ ਪਰਮਾਤਮਾ ਦੇ ਵੇਖੋ ਕਿੰਨੇ ਵੇਸ ਨੇ, ਕਿੰਨੇ ਰੂਪ ਧਾਰਨ ਕੀਤੇ ਨੇ ਪਰਮਾਤਮਾ ਨੇ। ਰੁੱਤਾਂ ਬਦਲਦੀਆਂ ਨੇ, ਸੂਰਜ ਨਹੀਂ ਬਦਲਦਾ। ਬਸੰਤ ਰੁੱਤ ਹੈ, ਸੂਰਜ ਤਾਂ ਉਹੀ ਹੈ। ਗਰੀਖਮ ਰੁੱਤ ਆਵੇਗੀ, ਸੂਰਜ ਉਹੀ ਰਹੇਗਾ। ਫਿਰ ਪਾਵਸ ਰੁੱਤ ਆ ਜਾਣੀ ਹੈ, ਸੂਰਜ ਉਹੀ ਰਹੇਗਾ। ਸੋ ਇਹ ਰੁੱਤਾਂ ਬਦਲਦੀਆਂ ਨੇ, ਸੂਰਜ ਉਹੀ ਰਹਿੰਦਾ ਹੈ। ਸੋ ਉਹ ਦ੍ਰਿਸ਼ਟਾਂਤ ਹੁਣ ਦਿੰਦੇ ਹੈ ਭਾਈ ਸਾਹਿਬ ਜੀ। ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਏ। ਕਹਿੰਦੇ ਵੇਖੋ ਸੂਰਜ ਇੱਕੋ ਹੀ ਹੈ, ਪਰ ਉਹਦੇ ਵਿੱਚ ਹੀ ਫਿਰ ਪਲ, ਘੜੀਆਂ, ਮੂਰਤ, ਮਹੂਰਤ, ਦੋ ਘੜੀਆਂ ਦਾ ਸਮਾਂ ਅਤੇ ਪਹਿਰ, ਪਹਿਰ ਬਣ ਗਏ। ਥਿਤ ਤਰੀਕ ਨੂੰ ਕਹਿੰਦੇ ਹੈ, ਦਿਨ ਅਤੇ ਰਾਤ, ਅਤੇ ਵਾਰ ਹਫ਼ਤੇ ਦੇ 7 ਵਾਰ। ਇਹ ਸਮੇਂ ਦੀ ਵੰਡ ਹੋਈ। ਅੱਜ ਕੱਲ੍ਹ ਜੇ ਅਸੀਂ ਵੇਖਦੇ ਹਾਂ, ਸਕਿੰਟਾਂ ਤੋਂ ਲੈ ਕੇ ਸਦੀਆਂ ਤੱਕ ਇਸ ਸਮੇਂ ਦੀ ਵੰਡ ਕੀਤੀ ਹੈ। 60 ਸੈਕਿੰਡ ਦਾ 1 ਮਿੰਟ ਹੁੰਦਾ ਹੈ, 60 ਮਿੰਟਾਂ ਦਾ 1 ਘੰਟਾ, ਔਰ ਇਸੇ ਤਰ੍ਹਾਂ 3 ਘੰਟਿਆਂ ਦਾ 1 ਪਹਿਰ, 4 ਪਹਿਰਾਂ ਦਾ ਦਿਨ, 4 ਪਹਿਰਾਂ ਦੀ ਰਾਤ, 8 ਪਹਿਰਾਂ ਦਾ ਦਿਨ ਰਾਤ, 24 ਘੰਟਿਆਂ ਦਾ ਦਿਨ ਰਾਤ ਹੋ ਗਿਆ। ਹਫ਼ਤਾ ਬਣ ਗਿਆ 7 ਦਿਨਾਂ ਦਾ, ਮਹੀਨਾ 30 ਦਾ, 31 ਦਾ ਵੀ ਹੁੰਦਾ ਹੈ। ਫਰਵਰੀ ਅੰਗਰੇਜ਼ੀ 28 ਦੀ ਰਹਿ ਜਾਂਦੀ ਹੈ, ਲੀਪ ਦੇ ਸਾਲ ਵਿੱਚ ਇਹ 29 ਦੀ ਹੋ ਜਾਂਦੀ ਹੈ। ਫਿਰ ਸਾਲ ਦੇ 12 ਮਹੀਨੇ, 100 ਸਾਲ ਦੀ ਸਦੀ ਬਣ ਗਈ। ਸੋ ਇਸ ਤਰ੍ਹਾਂ ਅੱਜ ਸਮੇਂ ਦੀ ਵੰਡ ਕੀਤੀ ਜਾਂਦੀ ਹੈ। ਪਹਿਲਾਂ ਇਹ ਪਲ, ਘੜੀਆਂ, ਮੂਰਤ, ਇਸ ਤਰ੍ਹਾਂ ਸਮੇਂ ਦੀ ਵੰਡ ਹੁੰਦੀ ਸੀ। ਸੋ ਪਲ ਨੂੰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ 24 ਸੈਕਿੰਡ ਦਾ ਸਮਾਂ ਵੀ ਲਿਖਿਆ ਹੈ। ਔਰ ਇਸੇ ਤਰ੍ਹਾਂ ਘੜੀਆਂ, 60 ਪਲਾਂ ਦੀ 1 ਘੜੀ ਉਹ ਵਿਦਵਾਨਾਂ ਨੇ ਗਿਣੀ ਹੈ। ਜੇ ਹੁਣ ਦੇ ਸਮੇਂ ਅਨੁਸਾਰ ਵੇਖਣਾ ਹੋਵੇ ਤਾਂ 24 ਮਿੰਟਾਂ ਦੀ 1 ਘੜੀ ਜਿਹੜੀ ਹੈ ਉਹ ਮੰਨੀ ਹੈ ਵਿਦਵਾਨਾਂ ਨੇ। ਮੂਰਤ 2 ਘੜੀਆਂ ਦਾ ਸਮਾਂ, 48 ਮਿੰਟਾਂ ਦਾ ਸਮਾਂ ਮੂਰਤ ਹੋ ਗਿਆ। ਪਹਿਰ 3 ਘੰਟਿਆਂ ਦਾ 1 ਪਹਿਰ। ਥਿਤ, ਥਿਤ ਦਾ ਆਖਰੀ ਅਰਥ ਹੁੰਦਾ ਤਰੀਕ। ਜਿਵੇਂ ਅੱਜ ਤਰੀਕ ਫਿਰ ਰਾਤ 12 ਵਜੇ ਬਦਲ ਜਾਣੀ ਹੈ, ਅਗਲੀ ਤਰੀਕ ਹੋ ਜਾਣੀ ਹੈ। ਵਾਰ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਇਹ ਹਫ਼ਤੇ ਦੇ ਵਾਰ। ਭਾਈ ਗੁਰਦਾਸ ਜੀ ਕਹਿੰਦੇ ਸੂਰਜ ਇੱਕੋ ਹੈ। ਵੇਖੋ ਸਮੇਂ ਦੀ ਵੰਡ ਕਿਵੇਂ ਹੋਈ। ਪਲ, ਘੜੀਆਂ, ਮੂਰਤ, ਪਹਿਰ, ਥਿਤ ਅਤੇ ਵਾਰ ਇਹ ਗਿਣੇ ਜਾਂਦੇ ਹੈ, ਇਹ ਬਣਾਏ ਜਾਂਦੇ ਹੈ। ਇਹ ਸਾਰੇ ਜਿਹੜੇ ਹੈ ਬਣੇ ਹੈ। ਦੋਏ ਪੱਖ 12 ਮਾਹ ਕਰ ਸੰਜੋਗ ਬਣਾਏ। 2 ਪੱਖ, ਜਿਹੜਾ ਚੰਦਰਮਾ ਦੇ ਹਿਸਾਬ ਦਾ ਮਹੀਨਾ ਹੈ ਨਾ, 2 ਪੱਖ ਹੁੰਦੇ ਹੈ, ਇੱਕ ਹਨੇਰਾ ਪੱਖ ਅਤੇ ਇੱਕ ਚਾਨਣਾ ਪੱਖ। ਪੁੰਨਿਆ ਅਤੇ ਮੱਸਿਆ, ਅਮਾਵਸ ਅਤੇ ਪੂਰਨਮਾਸੀ। ਜਦੋਂ ਚੰਦਰਮਾ ਪੂਰਾ
ਪ੍ਰਕਾਸ਼ਿਤ ਹੁੰਦਾ, ਸੂਰਜ ਅਸਤ ਹੁੰਦਾ, ਉਧਰੋਂ ਚੰਦਰਮਾ ਪੂਰਾ ਚੜ੍ਹ ਜਾਂਦਾ ਹੈ। ਉਹ ਦਿਨ ਪੁੰਨਿਆਂ ਦਾ, ਪੂਰਨਮਾਸੀ ਦਾ। ਪੂਰਨਮਾਸੀ ਤੋਂ ਲੈ ਕੇ ਮੱਸਿਆ ਤੱਕ ਦਾ ਜਿਹੜਾ ਸਮਾਂ ਹੈ, ਇਹ ਜਿਹੜੇ ਦਿਨ ਨੇ, ਇਹਨਾਂ ਨੂੰ ਹਨੇਰਾ ਪੱਖ ਕਿਹਾ ਜਾਂਦਾ ਹੈ, ਕਿਉਂਕਿ ਪੂਰਨਮਾਸੀ ਤੋਂ ਫਿਰ ਅੱਗੇ ਚੰਦਰਮਾ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਹਨੇਰਾ ਪੱਖ ਕਹਿੰਦੇ ਹੈ, ਇਸ ਨੂੰ ਵਧੀ ਕਹਿੰਦੇ ਹੈ। ਮੱਸਿਆ ਤੋਂ ਲੈ ਕੇ ਪੂਰਨਮਾਸੀ ਤੱਕ ਦਾ ਜਿਹੜਾ ਸਮਾਂ ਹੈ, ਇਹਨੂੰ ਚਾਨਣਾ ਪੱਖ ਕਹਿੰਦੇ ਆ, ਕਿਉਂਕਿ ਮੱਸਿਆ ਤੋਂ ਅੱਗੇ ਫਿਰ ਹੌਲੀ ਹੌਲੀ ਚੰਦਰਮਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਚਾਨਣਾ ਪੱਖ, ਇਹਨੂੰ ਸੁਦੀ ਕਹਿੰਦੇ ਆ। ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ, ਜਿੰਨੇ ਵੀ ਸਾਡੇ ਪੁਰਾਤਨ ਸਰੋਤ ਨੇ ਇਤਿਹਾਸ ਲਿਖਿਆ ਗਿਆ, ਉਹ ਅੰਗਰੇਜ਼ੀ ਤਰੀਕਾਂ ਦੇ ਹਿਸਾਬ ਨਾਲ ਨਹੀਂ ਲਿਖਿਆ ਗਿਆ। ਜਿਵੇਂ ਅਸੀਂ ਪੜ੍ਹਦੇ ਹਾਂ ਭਾਦੋਂ ਸੁਦੀ ਏਕਮ, ਇਸੇ ਤਰ੍ਹਾਂ ਭਾਦੋਂ ਵਧੀ ਏਕਮ। ਉਹ ਸਾਨੂੰ ਪਤਾ ਨਹੀਂ ਹੁੰਦਾ ਵੀ ਦੇਸੀ ਮਹੀਨੇ ਤਾਂ ਚਲੋ ਉੱਦਾਂ ਤਾਂ ਗਿਣ ਲੈਂਦੇ ਹਾਂ ਵੀ ਅੱਜ ਸੰਗਰਾਂਦ ਸੀ, ਇੰਨੇ ਦਿਨ ਲੰਘ ਗਏ ਆ, ਪਰ ਜਦੋਂ ਇਹ ਲਿਖਿਆ ਜਾਂਦਾ ਭਾਦੋਂ ਸੁਦੀ ਏਕਮ, ਉਹ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਦਿਨ ਕਦੋਂ ਆਉਣਾ ਹੈ। ਸੁਦੀ ਚਾਨਣਾ ਪੱਖ, ਭਾਦੋਂ ਸੁਦੀ ਏਕਮ, ਭਾਦੋਂ ਦੇ ਮਹੀਨੇ ਦੀ ਜਿਹੜੀ ਮੱਸਿਆ ਹੈ, ਉਹਦੇ ਤੋਂ ਅਗਲੇ ਦਿਨ ਜਿਹੜੇ ਚੱਲਦੇ ਨੇ, ਉਹ ਚਾਨਣੇ ਪੱਖ ਦੇ ਸੁਦੀ ਕਹਿੰਦੇ ਉਹਨਾਂ ਨੂੰ, ਮਤਲਬ ਮੱਸਿਆ ਤੋਂ ਅਗਲਾ ਦਿਨ। ਭਾਦੋਂ ਸੁਦੀ ਏਕਮ, 1 ਤਰੀਕ। ਸੋ ਇਸ ਤਰ੍ਹਾਂ ਇਹ ਦੇਸੀ ਮਹੀਨਿਆਂ ਦੀਆਂ ਤਰੀਕਾਂ, ਜਿਹੜਾ ਚੰਦਰਮਾ ਦੇ ਹਿਸਾਬ ਦਾ ਮਹੀਨਾ ਬਿਕਰਮੀ ਕੈਲੰਡਰ, ਉਹ ਗਿਣਿਆ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਇੱਥੇ ਸੂਰਜ ਇੱਕ ਹੈ, ਅਤੇ ਅੱਗੇ ਫਿਰ ਸਮੇਂ ਦੀ ਵੰਡ ਵੇਖੋ ਕਿੰਨੀ ਹੋਈ, ਕਈ ਨਾਂ ਬਣੇ ਨੇ। ਦੋਏ ਪੱਖ 12 ਮਾਹ, ਕਹਿੰਦੇ 2 ਪੱਖ ਹੁੰਦੇ ਹੈ 12 ਮਾਹ, ਪਰ ਇੱਥੇ ਜੇ ਸੂਰਜ ਦਾ ਉਦਾਹਰਣ ਭਾਈ ਸਾਹਿਬ ਨੇ ਦਿੱਤਾ ਹੈ, ਅਤੇ ਇੱਥੇ 2 ਪੱਖ ਦਾ ਅਰਥ ਆਪਾਂ ਕਰਾਂਗੇ ਉਤਰਾਇਣ ਅਤੇ ਦਖਣਾਇਣ। ਸਾਲ ਦੇ ਵਿੱਚ ਸੂਰਜ ਜਿਹੜਾ ਨਾ, ਅੱਧਾ ਸਮਾਂ ਉੱਤਰ ਵੱਲ, ਅੱਧਾ ਸਮਾਂ ਦੱਖਣ ਵੱਲ ਵੱਧਦਾ ਹੈ। ਅਸੀਂ ਵੇਖਦੇ ਨੇ ਘਰਾਂ ਦੇ ਰੁੱਖਾਂ ਦੇ ਪਰਛਾਵੇਂ ਕਿਵੇਂ ਉਹ ਢਲਦੇ ਹੈ। ਸੋ 10 ਪੋਹ ਤੋਂ ਲੈ ਕੇ 9 ਹਾੜ ਤੱਕ ਦਾ ਜਿਹੜਾ ਸਮਾਂ ਹੈ, ਇਸ ਨੂੰ ਉਤਰਾਇਣ ਕਿਹਾ ਜਾਂਦਾ ਹੈ। ਸੂਰਜ ਉੱਤਰ ਵੱਲ ਵੱਧਦਾ ਹੈ, ਔਰ ਇਸੇ ਤਰ੍ਹਾਂ ਬਾਕੀ ਜਿਹੜਾ ਸਮਾਂ ਉਹਨੂੰ ਦਖਣਾਇਣ ਕਹਿੰਦੇ ਨੇ। ਅੰਗਰੇਜ਼ੀ ਵਾਲੇ ਉਹਨਾਂ ਨੇ 22 ਦਸੰਬਰ ਤੱਕ ਲਿਖਿਆ ਹੈ, ਮਾਰਚ ਦੀ 1 ਤਰੀਕ ਤੋਂ, ਸ਼ਾਇਦ 21 ਮਾਰਚ। ਸੋ ਉਤਰਾਇਣ ਅਤੇ ਦਖਣਾਇਣ, ਇਹ 2 ਪੱਖ, ਸੂਰਜ ਉੱਤਰ ਵੱਲ ਹੁੰਦਾ ਹੈ ਅਤੇ ਦੱਖਣ ਵੱਲ ਨੂੰ ਵੱਧਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸੂਰਜ ਇੱਕ ਹੈ, ਵੇਖੋ ਉਹਦੇ 2 ਪੱਖ ਨੇ। ਫਿਰ ਸਮੇਂ ਦੀ ਵੰਡ 12 ਮਹੀਨੇ ਤਾਂ 12 ਬਣ ਗਏ, ਪਰ ਸੂਰਜ ਇੱਕੋ ਹੀ ਹੈ। ਕਰ ਸੰਜੋਗ ਬਣਾਏ, ਇਸ ਤਰ੍ਹਾਂ ਸੰਜੋਗ ਕਰਕੇ ਇਹ 12 ਮਹੀਨੇ ਬਣਾ ਦਿੱਤੇ। 6 ਰੁੱਤੀ ਵਰਤਾਈਆਂ ਬਹੁ ਚਲਤ ਬਣਾਏ, ਫਿਰ 6 ਰੁੱਤਾਂ ਅੱਗੇ ਵਰਤਾ ਦਿੱਤੀਆਂ, 6 ਰੁੱਤਾਂ ਬਣਾ ਦਿੱਤੀਆਂ। ਇਉਂ ਬਹੁਤੇ ਕੌਤਕ ਕਰਕੇ ਵਿਖਾ ਦਿੱਤੇ। ਸੂਰਜ ਇੱਕ ਵਰਤਦਾ ਲੋਕ ਵੇਦ ਅਲਾਏ, ਸੂਰਜ ਇੱਕੋ ਹੀ ਹੈ, ਇਕੱਲੇ ਸੂਰਜ ਦਾ ਹੀ ਇਹ ਸਾਰਾ ਪਸਾਰਾ ਹੈ। ਸੂਰਜ ਇੱਕੋ ਹੀ ਵਰਤ ਰਿਹਾ ਹੈ। ਲੋਕ ਵੀ ਅਤੇ ਜਿਹੜੇ ਵੇਦ ਗਿਆਨੀ ਪੁਰਸ਼ ਨੇ, ਉਹ ਵੀ ਇਹ ਸਾਰੀਆਂ ਗੱਲਾਂ ਕਹਿੰਦੇ ਆ ਵੀ ਸੂਰਜ ਇੱਕ ਹੈ। ਫਿਰ ਪਲ ਬਣੇ, ਘੜੀਆਂ ਬਣੀਆਂ, ਮੂਰਤ ਬਣ ਗਏ, ਪਹਿਰ ਬਣ ਗਏ, ਦਿਨ ਵਾਰ ਮਹੀਨੇ ਅਤੇ ਸਾਲ ਬਣ ਗਏ, ਰੁੱਤਾਂ ਬਣ ਗਈਆਂ। ਸੂਰਜ ਇੱਕੋ ਹੀ ਹੈ, ਅਤੇ ਅੱਗੇ ਸਮਾਂ ਜਿਹੜਾ ਨਾ, ਉਹ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ, ਕਈ ਉਹਦੇ ਨਾਮ ਬਣ ਗਏ। 4 ਵਰਨ 6 ਦਰਸ਼ਨਾ ਬਹੁ ਪੰਥ ਚਲਾਏ, ਇਸੇ ਤਰ੍ਹਾਂ 6 ਦਰਸ਼ਨ ਜਿਹੜੇ ਜੋਗੀ ਜੰਗਮ ਸਰੇਵੜੇ ਇਹ ਇਤਿਆਦਿਕ, ਅਤੇ 4 ਵਰਨ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਬਹੁ ਪੰਥ ਚਲਾਏ, ਅਤੇ ਅੱਗੇ ਲੋਕਾਂ ਨੇ ਬਹੁਤ ਸਾਰੇ ਪੰਥ ਚਲਾ ਲਏ। ਇਹ ਜਿਹੜੇ ਬਹੁਤੇ ਪੰਥ ਚਲਾਏ, ਇਹ ਪ੍ਰਭੂ ਦੀ ਕ੍ਰਿਤ ਨਹੀਂ, ਭਾਵੇਂ ਚਲਾਏ ਨੇ ਲੋਕਾਂ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ। ਜਿਵੇਂ ਜੋਗੀਆਂ ਦੇ 12 ਪੰਥ, ਸਾਲ ਦੇ 12 ਮਹੀਨੇ ਹੈ, ਸੂਰਜ ਤਾਂ ਉਹੀ ਹੈ,
ਉਹਨਾਂ ਦੇ ਵਿੱਚ ਵੀ ਹਰੇਕ ਦੇ ਵਿੱਚ ਕਹਿੰਦੇ ਪਰਮਾਤਮਾ ਇੱਕੋ ਹੀ ਵਰਤ ਰਿਹਾ ਹੈ। 6 ਦਰਸ਼ਨਾਂ ਦੇ ਵਿੱਚ, 4 ਵਰਨਾਂ ਦੇ ਵਿੱਚ, ਬਹੁਤੇ ਜਿਹੜੇ ਚਲਾਏ ਹੋਏ ਪੰਥ, ਇਹਨਾਂ ਸਾਰਿਆਂ ਦੇ ਵਿੱਚ ਉਹ ਇੱਕੋ ਹੀ ਹੈ। ਆਪੇ ਆਪ ਵਰਤਦਾ ਗੁਰਮੁਖ ਸਮਝਾਏ। ਪਰਮਾਤਮਾ ਆਪੇ ਆਪ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ। ਗੁਰੂ ਨੇ ਗੁਰਮੁਖ ਨੂੰ ਇਹ ਗੱਲ ਸਮਝਾ ਦਿੱਤੀ ਹੈ, ਭੇਦ ਸਮਝਾ ਦਿੱਤਾ ਹੈ, ਅਥਵਾ ਜਿਹੜੇ ਗੁਰਮੁਖ ਨੇ ਉਹ ਇਸ ਭੇਦ ਨੂੰ ਸਮਝ ਕੇ ਹੋਰਾਂ ਦੇ ਤਾਈਂ ਸਮਝਾਉਂਦੇ ਹੈ। ਭਾਈ ਜਿਵੇਂ ਸੂਰਜ ਇੱਕ ਹੈ, ਅੱਗੇ ਰੁੱਤਾਂ, ਮਹੀਨੇ, ਸਾਲ ਉਹ ਕਈ ਹਨ, ਇਸੇ ਤਰ੍ਹਾਂ ਪਰਮਾਤਮਾ ਇੱਕ ਹੈ ਅਤੇ ਬਾਹਰ ਦੀ ਇਹ ਰਚਨਾ ਬਨਾਵਟ ਕਈ ਤਰ੍ਹਾਂ ਦੀ ਹੈ। ਹੁਣ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਇੱਕ ਪਾਣੀ ਇੱਕ ਧਰਤ ਹੈ ਬਹੁ ਬਿਰਖ ਉਪਾਏ। ਅਗਨੀ ਦਾ ਦ੍ਰਿਸ਼ਟਾਂਤ ਦਿੰਦੇ ਹੈ। ਭਾਈ ਸਾਹਿਬ ਜੀ ਕਹਿੰਦੇ ਇੱਕ ਹੀ ਪਾਣੀ ਹੈ ਅਤੇ ਇੱਕੋ ਹੀ ਧਰਤੀ ਹੈ, ਪਰ ਰੁੱਖ ਬਹੁਤੇ ਪੈਦਾ ਕੀਤੇ ਨੇ। ਇਹ ਨਹੀਂ ਕਿ ਨਿੰਮ ਨੂੰ ਕੋਈ ਵੱਖਰਾ ਪਾਣੀ ਪਾਇਆ ਜਾਂਦਾ ਹੈ, ਸਪੈਦਿਆਂ ਨੂੰ ਕੋਈ ਵੱਖਰਾ, ਆੜੂ ਨੂੰ ਵੱਖਰਾ, ਅਮਰੂਦ ਨੂੰ ਵੱਖਰਾ। ਉਹੀ ਪਾਣੀ ਨਿੰਮ ਨੂੰ, ਉਹੀ ਹੋਰ ਰੁੱਖਾਂ ਨੂੰ ਪਾਇਆ ਜਾਂਦਾ ਹੈ। ਉਸੇ ਮਿੱਟੀ, ਉਸੇ ਧਰਤੀ ਵਿੱਚ ਨਿੰਮ ਹੈ, ਉੱਥੇ ਹੀ ਡੇਕ ਹੈ, ਉੱਥੇ ਹੀ ਆੜੂ ਨੇ, ਉੱਥੇ ਹੀ ਅਮਰੂਦ ਨੇ। ਇੱਥੋਂ ਦੀ ਜਿਹੜੀ ਆਪਣੀ ਧਰਤੀ ਹੈ, ਕਿੰਨੇ ਰੁੱਖ ਨੇ, ਗਿਣਤੀ ਵਿੱਚ ਨਹੀਂ ਆਉਂਦੇ। ਭਾਈ ਗੁਰਦਾਸ ਜੀ ਕਹਿੰਦੇ ਇੱਕੋ ਹੀ ਪਾਣੀ, ਇੱਕੋ ਹੀ ਧਰਤੀ ਹੈ, ਰੁੱਖ ਬਹੁਤੇ ਪੈਦਾ ਕੀਤੇ ਕੁਦਰਤ ਨੇ। ਅਫਲ ਸਫਲ ਪ੍ਰਕਾਰ ਬਹੁ ਫਲ ਫੁੱਲ ਸੁਹਾਏ। ਕਈ ਰੁੱਖ ਜਿਹੜੇ ਨੇ ਬਹੁਤੇ ਤਰ੍ਹਾਂ ਦੇ ਅਫਲ, ਉਹ ਫਲ ਤੋਂ ਹੀਣੇ ਨੇ, ਉਹਨਾਂ ਨੂੰ ਫਲ ਲੱਗਦੇ ਨਹੀਂ। ਕਈ ਸਫਲ ਸਹਿਤ ਫਲ ਦੇ ਹਨ, ਖਾਣ ਵਾਲੇ ਫਲ ਰਸਦਾਇਕ, ਜਿਵੇਂ ਅੰਬ, ਆੜੂ, ਅਮਰੂਦ, ਸੇਬ, ਉਹ ਲੱਗਦੇ ਆ। ਫਲ ਫੁੱਲ ਸੁਹਾਏ, ਫਲ ਅਤੇ ਫੁੱਲ ਸ਼ੋਭਨੀਕ ਹੁੰਦੇ ਆ ਰੁੱਖਾਂ ਨੂੰ ਲੱਗੇ ਹੋਏ। ਬਹੁ ਰਸ ਰੰਗ ਸੁਵਾਸਨਾ ਪ੍ਰਕਿਰਤ ਸੁਭਾਏ। ਇਸ ਪ੍ਰਕਿਰਤੀ ਦੇ ਵਿੱਚ ਇਹ ਸ਼ੋਭਦੇ ਹੈ, ਬਹੁਤੇ ਰਸ, ਰੰਗ ਅਤੇ ਸੁਗੰਧੀ ਦੇ ਸਹਿਤ ਇਹ ਫਲ ਅਤੇ ਫੁੱਲ ਰੁੱਖਾਂ ਨੂੰ ਲੱਗੇ ਹੋਏ ਸ਼ੋਭਾ ਪਾਉਂਦੇ ਹੈ। ਬੈ ਸੰਤਰ ਇੱਕ ਵਰਨ ਹੋਏ ਸਭ ਤਰ ਵਰਸ਼ਾਏ। ਪਰ ਜਿਹੜੀ ਬੈਸੰਤਰ ਹੈ ਨਾ, ਅੱਗ, ਉਹ ਇਹਨਾਂ ਸਾਰਿਆਂ ਰੁੱਖਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਸਦੀ ਹੋਈ ਇੱਕੋ ਹੀ ਵਰਨ ਦੀ, ਇੱਕੋ ਹੀ ਰੰਗ ਦੀ ਹੈ। ਅੱਗ ਜਿਹੜੀ ਉਹਦਾ ਰੰਗ ਇੱਕੋ ਹੀ, ਸਾਰਿਆਂ ਦੇ ਵਿੱਚ ਅੱਗ ਹੈ। ਜਿੰਨੀ ਲੱਕੜ ਹੈ, ਜਿੰਨੇ ਰੁੱਖ ਨੇ, ਅਗਨੀ ਸਾਰਿਆਂ ਦੇ ਵਿੱਚ ਹੈ, ਇੱਕ ਹੀ ਰੰਗ ਦੀ ਹੈ। ਗੁਪਤਾਹੁ ਪ੍ਰਗਟ ਹੋਏ ਕੈ ਪਸਮੰਤ ਕਰਾਏ। ਰੁੱਖਾਂ ਦੇ ਵਿੱਚ ਗੁਪਤ ਰੂਪ ਵਿੱਚ ਜਿਹੜੀ ਅੱਗ ਵਸਦੀ ਹੈ, ਜਦੋਂ ਉਹ ਪ੍ਰਗਟ ਹੁੰਦੀ ਹੈ ਅਤੇ ਪ੍ਰਗਟ ਹੋ ਕਰਕੇ ਫਿਰ ਸਾਰਿਆਂ ਨੂੰ ਭਸਮ ਕਰ ਦਿੰਦੀ ਹੈ, ਸਾੜ ਕੇ ਸੁਆਹ ਕਰ ਦਿੰਦੀ ਹੈ। ਜਿੰਨੇ ਰੁੱਖ ਨੇ, ਆ ਹਰੇ ਭਰੇ ਜਿੰਨੇ ਰੁੱਖ ਸਾਨੂੰ ਨਜ਼ਰ ਆਉਂਦੇ ਨਾ, ਸਾਰਿਆਂ ਦੇ ਵਿੱਚ ਅੱਗ ਹੈ, ਅਗਨੀ ਹੈ, ਪਰ ਉਹ ਗੁਪਤ ਹੈ। ਪਰ ਜਦੋਂ ਉਹ ਪ੍ਰਗਟ ਹੋ ਜਾਂਦੀ ਹੈ, ਰੁੱਖ ਵੱਢਿਆ ਜਾਂਦਾ, ਕੁਝ ਕੁ ਸੁੱਕਦਾ ਹੈ, ਕਈ ਗਿੱਲੇ ਵੀ ਸੜ ਜਾਂਦੇ, ਉਹ ਉਦੋਂ ਅਗਨੀ ਜਿਹੜੀ ਹੈ ਨਾ ਪ੍ਰਗਟ ਹੋ ਜਾਂਦੀ ਹੈ, ਫਿਰ ਸਾਰੇ ਕਿਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ। ਇਸੇ ਤਰ੍ਹਾਂ ਅਗਨੀ ਰੂਪ ਹੋ ਕਰਕੇ ਪਰਮਾਤਮਾ ਆਪ ਹੀ ਇਸ ਸਾਰੇ ਪਸਾਰੇ ਵਿੱਚ ਵਰਤ ਰਿਹਾ ਹੈ। ਜਿਵੇਂ ਅੱਗ ਭਸਮ ਕਰਨ ਵਾਲੀ ਹੈ ਨਾ, ਇਸੇ ਤਰ੍ਹਾਂ ਜਦੋਂ ਪਰਲੋ ਹੁੰਦੀ ਹੈ ਨਾ, ਸ੍ਰਿਸ਼ਟੀ ਕਿਤੇ ਖਤਮ ਹੁੰਦੀ ਹੈ, ਪਰਮਾਤਮਾ ਆਪ ਹੀ ਇਹਨੂੰ ਖਤਮ ਕਰ ਦਿੰਦਾ ਹੈ। ਸਭ ਕੁਝ ਸੜ ਕੇ ਸਵਾਹ ਹੋ ਜਾਂਦਾ, ਸਾਰੀ ਖੇਡ ਹੀ ਖਤਮ ਹੋ ਜਾਂਦੀ ਹੈ। ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਕਲਗੀਧਰ ਮਹਾਰਾਜ ਜੀ ਫਰਮਾਉਂਦੇ, ਪਰਮਾਤਮਾ ਜਦੋਂ ਤੂੰ ਕਿਤੇ ਸ੍ਰਿਸ਼ਟੀ ਨੂੰ ਸਮੇਟਣਾ ਹੋਵੇ, ਸਾਰਾ ਕੁਝ ਤੇਰੇ ਵਿੱਚ ਭੇਦ ਹੋ ਜਾਂਦਾ, ਤੂੰ ਇਹ ਸਾਰੀ ਰਚਨਾ ਨੂੰ ਖਤਮ ਕਰ ਦਿੰਦਾ ਹੈ। ਸੋ ਜਿਵੇਂ ਰੁੱਖ ਅਨੇਕਾਂ ਨੇ, ਫਲ ਫੁੱਲ ਸੁਗੰਧੀ ਰਸ ਹੈ ਉਹਨਾਂ ਦਾ, ਅਗਨੀ ਹੈ ਸਾਰਿਆਂ ਵਿੱਚ, ਇਸੇ ਤਰ੍ਹਾਂ ਇਹ ਸ੍ਰਿਸ਼ਟੀ ਦਾ ਪਸਾਰਾ ਬਹੁਤ ਤਰ੍ਹਾਂ ਦਾ ਹੈ। ਸਾਰਿਆਂ ਦੇ ਵਿੱਚ ਅਗਨੀ ਰੂਪ ਵਾਹਿਗੁਰੂ ਪਰਮਾਤਮਾ ਆਪ ਵਰਤਦਾ ਹੈ। ਗੁਰਮੁਖ ਇਸ ਭੇਦ ਨੂੰ ਸਮਝ ਕਰਕੇ ਉਹ ਸੁਖ ਪਾ ਲੈਂਦੇ ਹੈ ਕਿ ਜਿਵੇਂ ਅਗਨੀ ਪ੍ਰਕਾਸ਼ ਕਰਦੀ ਹੈ, ਇਸੇ ਤਰ੍ਹਾਂ ਪ੍ਰਕਾਸ਼ ਰੂਪ ਪਰਮਾਤਮਾ ਉਹ ਸਾਰਿਆਂ ਦੇ ਵਿੱਚ ਵਸ ਰਿਹਾ ਹੈ।
ਸਤਿਗੁਰੂ ਮਿਹਰ ਕਰਨ। ਪਾਵਨ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਗੁਪਤਹੁ ਪ੍ਰਗਟ ਹੋਏ ਕੈ ਭਸਮੰਤ ਕਰਾਏ, ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ